ਸਾਕਾ ਨਵੰਬਰ 1984। ਹਿੰਦੂ ਪ੍ਰਤੀਕਰਮ ਆਪ ਮੁਹਾਰਾ ਨਹੀਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਅਚਾਨਕ ਵਾਪਰੇ ਆਪ ਮੁਹਾਰੇ ਘਟਨਾਕ੍ਰਮ ਅਤੇ ਬਕਾਇਦਾ ਵਿਉਂਤਬੰਦ ਕੀਤੀ ਗਈ ਕਾਰਵਾਈ ਵਿਚਕਾਰ ਅੰਤਰ ਬਹੁਤ ਸਾਫ਼ ਤੇ ਉਘੜਵਾਂ ਹੁੰਦਾ ਹੈ। ਆਪ ਮੁਹਾਰੇ ਵਾਪਰੇ ਘਟਨਾਕ੍ਰਮ ਵਿੱਚ ਕੋਈ ਬਕਾਇਦਾ ਤਰਤੀਬ, ਤਾਲ ਤੇ ਇਕਸਾਰਤਾ ਨਹੀਂ ਹੁੰਦੀ। ਸਮੁੱਚਾ ਅਮਲ ਉਘੜ ਦੁਗੜਾ ਤੇ ਬੇਮੁਹਾਰਾ ਹੁੰਦਾ ਹੈ। ਇਸ ਦੇ ਪਿੱਛੇ ਕੋਈ ਨਿਖਰਵਾਂ ਉਦੇਸ਼ ਤੇ ਨਿਸ਼ਚਿਤ ਯੋਜਨਾ ਨਹੀਂ ਹੁੰਦੀ। ਪਰ ਜੇਕਰ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਤੇ ਹੋਰਨਾਂ ਸ਼ਹਿਰਾਂ ਅੰਦਰ ਸਿੱਖਾਂ ਉੱਤੇ ਹੋਏ ਫਿਰਕੂ ਨਸਲੀ ਹਮਲਿਆਂ ਉੱਤੇ ਘੋਖਵੀਂ ਨਜ਼ਰ ਮਾਰੀ ਜਾਵੇ ਤਾਂ ਇਸ ਨਤੀਜੇ ਤੇ ਆਪਣਾ ਰਤੀ ਭਰ ਵੀ ਔਖਾ ਨਹੀਂ ਕਿ ਇਹ ਹਮਲੇ ਹਿੰਦੂ ਜਨਤਾ ਅੰਦਰ ਜਾਗੇ ਕਿਸੇ ਆਪ ਮੁਹਾਰੇ ਰੋਹ ਦਾ ਨਤੀਜਾ ਨਹੀਂ ਸਨ। ਜਿਨ੍ਹਾਂ ਵੀ ਗੈਰ ਸਰਕਾਰੀ ਸੰਸਥਾਵਾਂ ਜਾਂ ਜਥੇਬੰਦੀਆਂ ਨੇ ਇਨ੍ਹਾਂ ਹਮਲਿਆਂ ਦੀ ਨਿਰਪੱਖ ਭਾਵਨਾ ਨਾਲ ਛਾਣਬੀਣ ਕੀਤੀ ਹੈ, ਉਹ ਸਾਰੀਆਂ ਇਸ ਸਪਸ਼ਟ ਨਿਰਣੇ ਤੇ ਪਹੁੰਚਦੀਆਂ ਹਨ ਕਿ ਫਿਰਕੂ ਕਤਲੋਗਾਰਦ ਦਾ ਇਹ ਸਾਰਾ ਸਿਲਸਿਲਾ ਬਕਾਇਦਾ ਰੂਪ ਵਿੱਚ ਜਥੇਬੰਦ ਕੀਤਾ ਗਿਆ ਸੀ। ਘਟਨਾਵਾਂ ਦੇ ਸਮੁੱਚੇ ਪੈਟਰਨ ਤੋਂ ਇਸ ਨਿਰਣੇ ਦੀ ਗੂੜ੍ਹੀ ਪੁਸ਼ਟੀ ਹੁੰਦੀ ਹੈ। ਦਿੱਲੀ ਅੰਦਰ ਸਿੱਖਾਂ ਉੱਤੇ ਫਿਰਕੂ ਹਮਲਿਆਂ ਦੀ ਸ਼ੁਰੂਆਤ 31 ਅਕਤੂਬਰ ਦੀ ਸ਼ਾਮ ਨੂੰ ਏਮਜ਼ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੋਂ ਹੋਈ ਸੀ। ਇੰਦਰਾ ਗਾਂਧੀ ਉੱਤੇ ਹਮਲੇ ਦੀ ਖਬਰ ਸੁਣਦਿਆਂ ਹੀ ਉਸ ਦੇ ਪ੍ਰਸ਼ੰਸਕ ਹਮਦਰਦ ਤੁਰੰਤ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ ਸਨ। ਬਾਅਦ ਦੁਪਹਿਰ ਜਦ ਗੈਰ ਸਰਕਾਰੀ ਸੂਤਰਾਂ ਨੇ ਇੰਦਰਾ ਗਾਂਧੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਸੀ ਤਾਂ ਉਸ ਵੇਲੇ ਤੱਕ ਹਸਪਤਾਲ ਦੇ ਮੂਹਰੇ ਕਾਂਗਰਸੀ ਵਰਕਰਾਂ ਦੀ ਚੋਖੀ ਭੀੜ ਜਮ੍ਹਾਂ ਹੋ ਚੁੱਕੀ ਸੀ, ਜਿਨ੍ਹਾਂ ਵਿੱਚ ਟਾਵੇਂ-ਟਾਵੇਂ ਸਿੱਖ ਵੀ ਸਨ। ਹਸਪਤਾਲ ਦੇ ਗੇਟ ਮੂਹਰੇ ਜਮ੍ਹਾਂ ਹੋਈ ਇਹ ਭੀੜ ਗਮਗੀਨ ਜ਼ਰੂਰ ਸੀ, ਪਰ ਘੱਟੋ-ਘੱਟ ਸ਼ਾਮ ਦੇ 3 ਵਜੇ ਤੱਕ, ਜਦੋਂ ਕਿ ਇੰਦਰਾ ਗਾਂਧੀ ਦੇ ਮਰ ਜਾਣ ਦੀ ਖਬਰ ਚਾਰੇ ਪਾਸੇ ਫੈਲ ਚੁੱਕੀ ਸੀ, ਭੀੜ ਅੰਦਰ ਉਕਸਾਹਟ ਦਾ ਕੋਈ ਚਿੰਨ੍ਹ ਨਹੀਂ ਸੀ। ਉਦੋਂ ਤੱਕ ਸਿੱਖ ਹਰ ਜਗ੍ਹਾ ਸੜਕਾਂ ਉੱਤੇ, ਬੱਸਾਂ, ਰੇਲਾਂ ਅੰਦਰ ਆਮ ਵਾਂਗ ਘੁੰਮ ਫਿਰ ਰਹੇ ਸਨ। 3 ਵਜੇ ਤੋਂ ਬਾਅਦ ਜਦ ਅਰੁਣ ਨਹਿਰੂ, ਰਾਜੀਵ ਗਾਂਧੀ, ਹਰਕ੍ਰਿਸ਼ਨ ਲਾਲ ਭਗਤ ਅਤੇ ਦੂਸਰੇ ਹੋਰ ਕਾਂਗਰਸੀ ਆਗੂ ਹਸਪਤਾਲ ਪਹੁੰਚ ਚੁੱਕੇ ਸਨ ਤਾਂ ਹਸਪਤਾਲ ਮੂਹਰੇ ਜੁੜੀ ਹੋਈ ਭੀੜ ਅੰਦਰ ਸਹਿਜੇ ਸਹਿਜੇ ਉਤੇਜਨਾ ਤੇ ਭੜਕਾਹਟ ਦਾ ਅੰਸ਼ ਦਾਖਲ ਹੋਣਾ ਸ਼ੁਰੂ ਹੋ ਗਿਆ ਸੀ। ਭੀੜ ਵੱਲੋਂ ਲਾਏ ਜਾ ਰਹੇ ਨਾਅਰਿਆਂ ਦਾ ਸੁਰ ਪ੍ਰਤੱਖ ਰੂਪ ਵਿੱਚ ਫਿਰਕੂ ਰੰਗਤ ਅਖਤਿਆਰ ਕਰ ਗਈ ਸੀ, ਪਰ ਉਦੋਂ ਵੀ ਇਹ ਭੀੜ ਨਿਰੋਲ ਰੂਪ ਵਿੱਚ ਖੁਦ ਰੌਂ ਨਹੀਂ ਸੀ। ਕਾਂਗਰਸ ਪਾਰਟੀ ਦਾ ਇੱਕ ਸਥਾਨਕ ਕੌਂਸਲਰ ਅਰਜੁਨ ਦਾਸ ਇਸ ਭੀੜ ਦੀ ਬਕਾਇਦਾ ਅਗਵਾਈ ਕਰ ਰਿਹਾ ਸੀ। ਸ਼ਾਮ ਨੂੰ 5 ਵਜੇ ਦੇ ਕਰੀਬ ਜਦ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀਆਂ ਕਾਰਾਂ ਦਾ ਕਾਫਲਾ ਹਸਪਤਾਲ ਦੇ ਗੇਟ ਲਾਗੇ ਪੁੱਜਾ ਸੀ ਤਾਂ ਹਜੂਮ ਨੇ ਗਿਆਨੀ ਗਦਾਰ ਹੈ, ਸਿੱਖ ਗਦਾਰ ਹੈ ਅਤੇ ਖੂਨ ਕਾ ਬਦਲਾ ਖੂਨ ਸੇ ਲਹਿੰਗੇ ਦੇ ਨਾਅਰਿਆਂ ਦੀ ਗੂੰਜ ਉੱਚੀ ਚੁੱਕ ਦਿੱਤੀ ਸੀ ਅਤੇ ਰਾਸ਼ਟਰਪਤੀ ਦੀ ਕਾਰ ਉੱਤੇ ਸ਼ਰੇਆਮ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਥੋੜੇ ਹੀ ਚਿਰਾਂ ਬਾਅਦ ਉੱਥੇ ਇੱਕ ਅਜਿਹਾ ਦ੍ਰਿਸ਼ਟਾਂਤ ਦੇਖਣ ਨੂੰ ਮਿਲਿਆ ਜਿਸ ਵਿੱਚ ਅਗਲੇ 3 ਦਿਨਾਂ ਦੌਰਾਨ ਸਿੱਖ ਕੌਮ ਉੱਤੇ ਢੱਠਣ ਵਾਲੀ ਆਫਤ ਦੇ ਗੁੱਝੇ ਸੰਕੇਤ ਛੁਪੇ ਹੋਏ ਸਨ। ਰਾਸ਼ਟਰਪਤੀ ਦੇ ਹਸਪਤਾਲ ਪਹੁੰਚਣ ਦੇ ਕੁਝ ਹੀ ਮਿੰਟਾਂ ਬਾਅਦ ਜਦ ਰਾਜੀਵ ਗਾਂਧੀ ਨੂੰ ਤੱਟ-ਫੱਟ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਉਣ ਦਾ ਰਸਮੀ ਫੈਸਲਾ ਹੋ ਗਿਆ ਸੀ ਤਾਂ ਰਾਜੀਵ ਗਾਂਧੀ ਆਪਣੇ ਘਰ ਜਾਣ ਲਈ, ਜਿੱਥੋਂ ਉਸਨੇ ਕੱਪੜੇ ਬਦਲ ਕੇ ਰਾਸ਼ਟਰਪਤੀ ਭਵਨ ਪਹੁੰਚਣਾ ਸੀ, ਕਾਹਲੀ ਨਾਲ ਹਸਪਤਾਲ ਤੋਂ ਬਾਹਰ ਨਿਕਲਿਆ। ਹਰਕ੍ਰਿਸ਼ਨ ਲਾਲ ਭਗਤ ਵੀ ਉਸ ਦੇ ਮਗਰ ਬਾਹਰ ਆਇਆ ਅਤੇ ਹਸਪਤਾਲ ਦੇ ਗੇਟ ਲਾਗੇ ਨਾਅਰੇ ਮਾਰ ਰਹੇ ਹਜੂਮ ਨੂੰ ਤਾਨੇ ਭਰੇ ਲਹਿਜੇ ਵਿੱਚ ਸੰਬੋਧਿਤ ਹੋ ਕੇ ਕਹਿਣ ਲੱਗਾ ਕਿ ਇੱਥੇ ਇਕੱਠ ਮਾਰਨ ਦਾ ਕੀ ਫਾਇਦਾ ਹੈ। ਆਪਣੇ ਆਗੂ ਦਾ ਇਸ਼ਾਰਾ ਸਮਝਦਿਆਂ ਹੀ ਹਜੂਮ ਤੁਰੰਤ ਅਲੱਗ-ਅਲੱਗ ਗਰੁੱਪਾਂ ਵਿੱਚ ਬਿਖਰ ਗਿਆ ਸੀ ਅਤੇ ਇਸ ਦੇ ਥੋੜੇ ਹੀ ਚਿਰ ਅੰਦਰ ਏਮਜ਼ ਤੋਂ ਫਟਦੇ ਚੌਹਾਂ ਮਾਰਗਾਂ ਉੱਤੇ ਸਿੱਖਾਂ ਦੀ ਮਾਰ ਕੁਟਾਈ ਦਾ ਵਿਆਪਕ ਸਿਲਸਿਲਾ ਆਰੰਭ ਹੋ ਗਿਆ ਸੀ।
ਇਸ ਤਰ੍ਹਾਂ ਏਮਜ ਤੋਂ ਸ਼ੁਰੂ ਹੋਇਆ ਇਹ ਵਰਤਾਰਾ ਥੋੜੇ ਹੀ ਸਮੇਂ ਅੰਦਰ ਆਲੇ ਦੁਆਲੇ ਦੇ ਖੇਤਰਾਂ ਤੱਕ ਫੈਲ ਗਿਆ ਸੀ। ਰਾਤ ਪੈਣ ਤੱਕ ਦੱਖਣੀ ਦਿੱਲੀ ਦੇ ਵੱਡੇ ਹਿੱਸੇ ਸਿੱਖ ਵਿਰੋਧੀ ਫਿਰਕੂ ਹਿੰਸਾ ਦੀ ਜਦ ਵਿੱਚ ਆ ਚੁੱਕੇ ਸਨ। ਪਰ ਜੇਕਰ 31 ਅਕਤੂਬਰ ਦੀਆਂ ਵਾਪਰੀਆਂ ਘਟਨਾਵਾਂ ਅਤੇ ਉਸ ਤੋਂ ਅਗਲੇ 3 ਦਿਨਾਂ ਦੇ ਵਾਪਰੇ ਖੂਨੀ ਘਟਨਾਕ੍ਰਮ ਉੱਤੇ ਪਿਛਲ ਝਾਤ ਮਾਰੀ ਜਾਵੇ ਤਾਂ ਜਿਵੇਂ ਦੋਵਾਂ ਦੇ ਖਾਸੇ ਵਿੱਚ ਅੰਤਰ ਦਿਖਾਈ ਦਿੰਦਾ ਹੈ, ਉੱਥੇ ਨਾਲ ਹੀ ਦੋਵਾਂ ਵਿਚਕਾਰ ਸਾਂਝ ਦੀ ਤੰਦ ਵੀ ਸਾਫ਼ ਪਛਾਣੀ ਜਾ ਸਕਦੀ ਹੈ। 31 ਅਕਤੂਬਰ ਦੀਆਂ ਘਟਨਾਵਾਂ ਇੱਕਾ ਦੁੱਕਾ ਤੇ ਟੁੱਟਵੀਆਂ ਖਿੰਡਵੀਆਂ ਸਨ, ਜਿਨ੍ਹਾਂ ਵਿੱਚ ਆਪ ਮੁਹਾਰਤਾ ਤੇ ਮਨੋਵੇਗ ਦਾ ਅੰਸ਼ ਚੋਖੀ ਮਾਤਰਾ ਵਿੱਚ ਸੀ। ਇਸ ਸਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਨੇ ਹਿੰਦੂ ਸਮਾਜ ਦੇ ਕੁਝ ਵਰਗਾਂ ਨੂੰ ਗਹਿਰੀ ਮਾਨਸਿਕ ਸੱਟ ਮਾਰੀ ਸੀ, ਜਿਸ ਨਾਲ ਉਹਨਾਂ ਦੇ ਮਨਾਂ ਅੰਦਰ ਸਿੱਖਾਂ ਦੇ ਖਿਲਾਫ ਪਹਿਲਾਂ ਤੋਂ ਹੀ ਮੌਜੂਦ ਗੁੱਸੇ ਤੇ ਨਫ਼ਰਤ ਦੀ ਭਾਵਨਾ ਵਧੇਰੇ ਪ੍ਰਚੰਡ ਹੋ ਗਈ ਸੀ। ਪਰ ਇਸ ਬਾਰੇ ਦੋ ਤੱਥ ਕਾਫੀ ਅਹਿਮ ਹਨ। ਇੱਕ ਤਾਂ ਇਹ ਜਜ਼ਬਾ ਬਹੁਤ ਜ਼ਿਆਦਾ ਵਿਆਪਕ ਨਹੀਂ ਸੀ। ਇਸ ਦਾ ਅਸਰ ਕੁਝ ਖਾਸ ਵਰਗਾਂ, ਜ਼ਿਆਦਾ ਕਰਕੇ ਹਿੰਦੂ ਮੱਧ ਵਰਗ ਦੇ ਕੁਝ ਹਿੱਸਿਆਂ ਤੱਕ ਹੀ ਸੀਮਤ ਸੀ। ਠੋਸ ਤੱਤ ਦਰਸਾਉਂਦੇ ਹਨ ਕਿ 31 ਅਕਤੂਬਰ ਦੀਆਂ ਘਟਨਾਵਾਂ ਮੁੱਖ ਤੌਰ ਤੇ ਮੱਧ ਵਰਗੀ ਖੇਤਰਾਂ ਵਿੱਚ ਹੀ ਵਾਪਰੀਆਂ। ਦਿੱਲੀ ਦੇ ਕੁੱਲ 76 ਪੁਲਿਸ ਥਾਣਿਆਂ ਚੋਂ ਉਸ ਦਿਨ ਸਿਰਫ 5 ਥਾਣਿਆਂ ਵਿੱਚ ਹੀ ਹਿੰਸਾ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਸਨ ਅਤੇ ਇਹਨਾਂ ਚੋਂ 3 ਥਾਣੇ ਡਿਫੈਂਸ ਕਲੋਨੀ, ਵਿਨੇ ਨਗਰ ਤੇ ਹੌਜ ਖਾਸ ਏਮਜ ਦੇ ਐਨ ਗੁਆਂਢ ਵਿੱਚ ਪੈਂਦੇ ਹਨ। ਦਿੱਲੀ ਦੀਆਂ ਗਰੀਬ ਬਸਤੀਆਂ ਜਿਵੇਂ ਕਿ ਕਲਿਆਣਪੁਰੀ, ਮੰਗੋਲਪੁਰੀ, ਜਨਕਪੁਰੀ, ਸੁਲਤਾਨਪੁਰੀ ਆਦਿ, ਜਿੱਥੇ ਅਗਲੇ 3 ਦਿਨਾਂ ਦੌਰਾਨ ਸਿੱਖਾਂ ਦਾ ਸਭ ਨਾਲੋਂ ਵੱਧ ਭਿਆਨਕ ਤੇ ਵਹਿਸ਼ੀਆਨਾ ਕਤਲੇਆਮ ਹੋਇਆ ਸੀ। ਅੰਦਰ ਕਿਸੇ ਵੀ ਜਗ੍ਹਾ 31 ਅਕਤੂਬਰ ਦੀ ਰਾਤ ਪੈ ਜਾਣ ਤੱਕ ਆਪ ਮੁਹਾਰੇ ਪ੍ਰਤੀਕਰਮ ਦੀ ਕੋਈ ਵਾਰਦਾਤ ਨਹੀਂ ਸੀ ਹੋਈ। ਉਸ ਦਿਨ ਇਨ੍ਹਾਂ ਖੇਤਰਾਂ ਵਿੱਚ ਸੂਰਜ ਛਿਪਣ ਤੱਕ ਸਿੱਖ ਨਿਸ਼ਚਿੰਤ ਘੁੰਮ ਫਿਰ ਰਹੇ ਸਨ ਅਤੇ ਆਮ ਵਾਂਗ ਆਪਣੇ ਕੰਮਕਾਰ ਨਿਪਟਾ ਰਹੇ ਸਨ। ਦੂਜਾ, ਕਿਤੇ ਵੀ ਇਹ ਸਿੱਖ ਵਿਰੋਧੀ ਜਜ਼ਬਾ ਹਿੰਦੂ ਵਰਗਾਂ ਨੂੰ ਆਪ ਮੁਹਾਰੇ ਤੌਰ ਤੇ ਸਿੱਖਾਂ ਦੇ ਖਿਲਾਫ ਹਿੰਸਾ ਤੇ ਉਤਾਰੂ ਹੋ ਜਾਣ ਲਈ ਉਤੇਜਿਤ ਕਰਨ ਦਾ ਦਮ ਨਹੀਂ ਸੀ ਰੱਖਦਾ। ਕਿੰਨੇ ਹੀ ਚਸ਼ਮਦੀਦ ਗਵਾਹਾਂ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਨਸ਼ਰ ਹੋ ਜਾਣ ਦੇ ਬਾਵਜੂਦ ਦਿੱਲੀ ਦੇ ਲੋਕਾਂ ਅੰਦਰ ਉਗੜਵੇਂ ਰੂਪ ਵਿੱਚ ਉਤੇਜਨਾ ਜਾਂ ਉਕਸਾਹਟ ਦਾ ਕੋਈ ਵੀ ਚਿੰਨ੍ਹ ਦਿਖਾਈ ਨਹੀਂ ਸੀ ਦੇ ਰਿਹਾ। ਇਸ ਬਾਰੇ ਭਾਰਤੀ ਜਨਤਾ ਪਾਰਟੀ ਦੇ ਇੱਕ ਅਹਿਮ ਆਗੂ ਬਲਰਾਜਪੁਰੀ ਦੀ ਮੌਕੇ ਦੀ ਗਵਾਹੀ ਤਤਕਾਲੀ ਹਾਲਾਤ ਦੀ ਪ੍ਰਮਾਣਿਕ ਪੇਸ਼ਕਾਰੀ ਕਰਦੀ ਹੈ। ਬਲਰਾਜਪੁਰੀ ਲਿਖਦਾ ਹੈ ਕਿ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਨੂੰ ਥੋੜੇ ਘੰਟੇ ਹੀ ਹੋਏ ਸਨ ਕਿ ਮੈਂ ਅਸ਼ੋਕ ਰੋਡ ਤੇ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿੱਚ ਗਿਆ। ਮੈਂ ਇਸ ਦੀ ਕੌਮੀ ਕਾਰਜਕਾਰਨੀ ਦਾ ਮੈਂਬਰ ਸੀ। ਕਮਰੇ ਵਿੱਚ ਖਾਮੋਸ਼ੀ ਦਾ ਆਲਮ ਪਸਰਿਆ ਹੋਇਆ ਸੀ। LK ਅਡਵਾਨੀ ਦਾ ਸੋਚਣਾ ਸੀ ਕਿ ਲੋਕਾਂ ਅੰਦਰ ਕਾਂਗਰਸ ਦੇ ਪੱਖ ਵਿੱਚ ਹਮਦਰਦੀ ਦੀ ਤਕੜੀ ਲਹਿਰ ਪੈਦਾ ਹੋ ਜਾਵੇਗੀ। ਪੰਜਾਬ ਤੋਂ ਪਾਰਟੀ ਦੇ ਆਗੂ ਬਲਦੇਵ ਪ੍ਰਕਾਸ਼ ਦੀ ਵੀ ਇਹੋ ਧਾਰਨਾ ਸੀ। ਉੱਥੇ ਹਾਜ਼ਰ ਦੂਸਰੇ ਲੋਕਾਂ ਦੀ ਰਾਏ ਵੀ ਇਹ ਸੀ ਕਿ ਜਨਤਾ ਦਾ ਗਮ ਅਤੇ ਦੁੱਖ ਹੱਦ ਬੰਨੇ ਟੱਪ ਜਾਵੇਗਾ। ਮੈਂ ਪਹਿਲਾਂ ਹੀ ਕਾਰ ਵਿੱਚ ਦਿੱਲੀ ਦੇ ਬਹੁਤ ਸਾਰੇ ਇਲਾਕਿਆਂ ਦਾ ਚੱਕਰ ਲਾ ਚੁੱਕਾ ਹੋਇਆ ਸੀ। ਮੈਨੂੰ ਅਜਿਹਾ ਗਮ ਕਿਤੇ ਨਹੀਂ ਸੀ ਦਿਖਿਆ। ਹਾਲਾਂਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਦਾ ਪਤਾ ਸਭ ਨੂੰ ਚੱਲ ਗਿਆ ਸੀ। ਮੈਂ ਇਸ ਉੱਤੇ ਅਚਰਜ ਜਿਹਾ ਹੋਇਆ ਸੀ। ਮੈਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਆਪਣਾ ਇਹ ਤਜਰਬਾ ਸਾਂਝਾ ਕੀਤਾ। ਵਿਜੇ ਮਲਹੋਤਰਾ ਕਹਿਣ ਲੱਗਾ ਕਿ ਮੈਨੂੰ ਗਲਤੀ ਲੱਗੀ ਹੋਏਗੀ, ਜਾਨੀ ਕਿ ਮੈਂ ਲੋਕਾਂ ਦੇ ਸਦਮੇ ਭਰੀ ਚੁੱਪ ਨੂੰ ਗਮ ਦਾ ਅਭਾਵ ਸਮਝ ਲਿਆ ਹੋਵੇਗਾ। ਮੈਂ ਕਿਹਾ, ਆਓ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਗੇੜਾ ਕੱਢ ਕੇ ਲਿਆਉਂਦਾ ਹਾਂ। ਅਸੀਂ ਕਾਰ ਵਿੱਚ ਬੈਠ ਕੇ ਗੇੜਾ ਲਾਉਣ ਤੁਰ ਪਏ। ਅਸੀਂ ਅਲੱਗ-ਅਲੱਗ ਥਾਵਾਂ ਤੇ ਰੁਕ ਕੇ ਲੋਕਾਂ ਕੋਲੋਂ ਪੁੱਛਦੇ ਰਹੇ ਕਿ ਉਹਨਾਂ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਦਾ ਪਤਾ ਚੱਲ ਗਿਆ ਸੀ ਜਾਂ ਨਹੀਂ। ਜਦੋਂ ਮੈਂ ਇੱਕ ਪੈਟਰੋਲ ਪੰਪ ਉੱਤੇ ਆਪਣੀ ਕਾਰ ਵਿੱਚ ਪੈਟਰੋਲ ਪਵਾਉਣ ਲਈ ਰੁਕਿਆ ਤਾਂ ਉੱਥੇ ਮੌਜੂਦ ਇੱਕ ਮੁਲਾਜ਼ਮ ਦਾ ਪ੍ਰਤੀਕਰਮ ਨਮੂਨੇ ਵਾਲਾ ਸੀ।
ਮੈਂ ਉਸ ਮੁਲਾਜ਼ਮ ਨੂੰ ਦੱਬਵੀਂ ਜਿਹੀ ਆਵਾਜ਼ ਵਿੱਚ ਪੁੱਛਿਆ, ਤੂੰ ਖਬਰ ਸੁਣ ਲਈ ਹੈ? ਉਹ ਬਿਨਾਂ ਅੱਖ ਝਪਕੇ ਆਪਣਾ ਕੰਮ ਕਰਦਾ ਰਿਹਾ। ਉਸ ਨੇ ਦੋ ਹਰਫੀ ਗੱਲ ਕਰਦਿਆਂ ਕਿਹਾ, ਤੁਹਾਡਾ ਮਤਲਬ ਉਸ ਦੇ ਗੋਲੀ ਮਾਰ ਦੇਣ ਤੋਂ ਹੈ ਨਾ? ਹਾਂ, ਅਸੀਂ ਇਹ ਸੁਣ ਲਿਆ ਹੋਇਆ। ਕਤਲ ਬਾਰੇ ਜਨਤਾ ਦੀ ਇਹ ਰੁਖਾਈ ਤੇ ਉਦਾਸੀਨਤਾ ਵੇਖ ਕੇ ਮੈਂ ਤੇ ਵਿਜੇ ਮਲਹੋਤਰਾ ਦੋਨੋਂ ਹੀ ਸੁੰਨ ਹੋ ਗਏ ਸਾਂ। ਜਦੋਂ ਮੈਂ ਵਿਜੇ ਕੁਮਾਰ ਮਲਹੋਤਰਾ ਨੂੰ ਪਾਰਟੀ ਦੇ ਦਫ਼ਤਰ ਮੂਹਰੇ ਉਤਾਰਿਆ ਤਾਂ ਉਹ ਬਿਨਾਂ ਕੋਈ ਸ਼ਬਦ ਬੋਲੇ ਕਾਰ ਚੋਂ ਉਤਰ ਕੇ ਚਲੇ ਗਿਆ ਸੀ। ਲੋਕਾਂ ਦੀ ਇਹ ਉਦਾਸੀਨਤਾ ਦਿਨ ਭਰ ਜਾਰੀ ਰਹੀ ਸੀ। ਕਿਸੇ ਨੂੰ ਬਲਰਾਜਪੁਰੀ ਦੀ ਇਸ ਪੇਸ਼ਕਾਰੀ ਵਿੱਚ ਥੋੜੀ ਜਿਹੀ ਅਤਕਥਨੀ ਦਾ ਪ੍ਰਭਾਵ ਬਣ ਸਕਦਾ ਹੈ, ਪਰ ਹੋਰ ਕਿੰਨੇ ਹੀ ਨਿਰਪੱਖ ਵਿਅਕਤੀਆਂ ਹਾਲਾਤ ਬਾਰੇ ਵਿਗੜੀ ਹੋਈ ਤਸਵੀਰ ਪੇਸ਼ ਕਰਨ ਵਿੱਚ, ਜਿਨ੍ਹਾਂ ਦਾ ਕੋਈ ਵੀ ਉਚੇਚਾ ਹਿੱਤ ਨਹੀਂ ਹੋ ਸਕਦਾ, ਦੀਆਂ ਮੌਕੇ ਦੀਆਂ ਗਵਾਹੀਆਂ ਵੀ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ 31 ਅਕਤੂਬਰ ਨੂੰ ਆਮ ਹਿੰਦੂ ਜਨਤਾ ਅੰਦਰ ਉਸ ਤਰ੍ਹਾਂ ਦਾ ਮਾਨਸਿਕ ਵਿਸ਼ਾਦ ਪੈਦਾ ਨਹੀਂ ਸੀ ਹੋਇਆ ਜਿਸ ਦੀ ਕਰੂਪ ਝਲਕ ਅਗਲੇ 3 ਦਿਨਾਂ ਦੌਰਾਨ ਦੇਖਣ ਨੂੰ ਮਿਲਣੀ ਸੀ। ਅਮਿਤਾਭ ਘੋਸ਼, ਜਿਹੜਾ ਕਿ ਇਸ ਵੇਲੇ ਸੰਸਾਰ ਪ੍ਰਸਿੱਧ ਲੇਖਕ ਵਜੋਂ ਆਮ ਜਾਣਿਆ ਜਾਂਦਾ ਹੈ ਅਤੇ ਜੋ ਉਸ ਵੇਲੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਸੀ, ਨੇ ਆਪਣੀ ਇੱਕ ਲੇਖ ਵਿੱਚ 31 ਅਕਤੂਬਰ ਦੀ ਸ਼ਾਮ ਨੂੰ ਕਨਾਟ ਪਲੇਸ ਤੋਂ ਸਫਦਰਜੰਗ ਤੱਕ ਬੱਸ ਵਿੱਚ ਕੀਤੇ ਆਪਣੇ ਸਫ਼ਰ ਦੀ ਕਥਾ ਬਿਆਨ ਕੀਤੀ ਹੈ। ਉਸ ਨੇ ਦਰਸਾਇਆ ਹੈ ਕਿ ਉਸ ਵੇਲੇ ਜਦੋਂ ਕਿ ਲੋਹੇ ਦੀਆਂ ਰਾਡਾਂ ਤੇ ਚੈਨਾਂ ਨਾਲ ਲੈਸ ਹਿੰਦੂ ਗੁਰੂਆਂ ਦੁਆਰਾ ਸਿੱਖਾਂ ਨੂੰ ਬੱਸਾਂ ਵਿੱਚੋਂ ਉਤਾਰ ਕੇ ਕੁੱਟਣ ਮਾਰਨ ਦਾ ਸਿਲਸਿਲਾ ਜ਼ੋਰ ਫੜ ਚੁੱਕਾ ਹੋਇਆ ਸੀ, ਉਦੋਂ ਵੀ ਅਜੇ ਆਮ ਹਿੰਦੂ ਜਨਤਾ ਅੰਦਰ ਸਿੱਖਾਂ ਦੇ ਖਿਲਾਫ ਫਿਰਕੂ ਨਫ਼ਰਤ ਤੇ ਦੁਸ਼ਮਣੀ ਦਾ ਉਹ ਭਾਵ ਦਿਖਾਈ ਨਹੀਂ ਸੀ ਦਿੱਤਾ ਜਿਹਾ ਕਿ ਅਗਲੇ 3 ਦਿਨਾਂ ਦੌਰਾਨ ਦੇਖਣ ਨੂੰ ਮਿਲਿਆ ਸੀ। ਸੋ ਕੁੱਲ ਮਿਲਾ ਕੇ ਨਿਰਣਾ ਇਹ ਨਿਕਲਦਾ ਹੈ ਕਿ 31 ਅਕਤੂਬਰ ਨੂੰ ਸਿੱਖ ਵਿਰੋਧੀ ਹਿੰਸਾ ਦੀਆਂ ਜੋ ਘਟਨਾਵਾਂ ਵਾਪਰੀਆਂ, ਉਸ ਵਿੱਚ ਆਪ ਮੁਹਾਰਤਾ ਤੇ ਭਾਵੁਕਤਾ ਦੇ ਕੁਝ ਅੰਸ਼ ਜ਼ਰੂਰ ਸਨ, ਪਰ ਉਹ ਨਿਰੋਲ ਆਪ ਮੁਹਾਰਾ ਪ੍ਰਤੀਕਰਮ ਨਹੀਂ ਸੀ। ਹਿੰਸਾ ਦੀ ਹਰ ਵਾਰਦਾਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਗਵਾਈ ਤੇ ਜਥੇਬੰਦੀ ਦਾ ਵੱਧ ਜਾਂ ਘੱਟ ਅੰਸ਼ ਸ਼ਾਮਲ ਸੀ। ਲਗਭਗ 5 ਵਜੇ ਤੱਕ, ਜਦੋਂ ਤੀਕ ਹਰਕਿਸ਼ਨ ਲਾਲ ਭਗਤ, ਲਲਿਤ ਮਾਕਣ, ਸੱਜਣ ਕੁਮਾਰ, ਧਰਮਦਾਸ ਸ਼ਾਸਤਰੀ ਅਤੇ ਅਰਜਨ ਦਾਸ ਵਰਗੇ ਕਾਂਗਰਸੀ ਆਗੂ ਇੱਕ-ਇੱਕ ਕਰਕੇ ਹਸਪਤਾਲ ਤੋਂ ਆਪੋ ਆਪਣੇ ਮਿੱਥੇ ਹੋਏ ਟੀਚਿਆਂ ਵੱਲ ਰਵਾਨਾ ਨਹੀਂ ਹੋ ਗਏ ਸਨ, ਉਦੋਂ ਤੱਕ ਕਿਤੇ ਵੀ ਹਿੰਸਾ ਦੀ ਕੋਈ ਵੱਡੀ ਵਾਰਦਾਤ ਨਹੀਂ ਹੋਈ ਸੀ। ਇਨ੍ਹਾਂ ਆਗੂਆਂ ਦੇ ਹਸਪਤਾਲ ਤੋਂ ਅੱਗੜ ਪਿਛੜ ਰਵਾਨਾ ਹੋ ਜਾਣ ਤੋਂ ਬਾਅਦ ਹੀ ਦਿੱਲੀ ਅੰਦਰ ਵੱਖ-ਵੱਖ ਜਗ੍ਹਾ ਤੇ ਫਿਰਕੂ ਹਿੰਸਾ ਦੀ ਅੱਗ ਦੇ ਲਾਂਬੂ ਬਲਣੇ ਸ਼ੁਰੂ ਹੋਏ ਸਨ। 31 ਅਕਤੂਬਰ ਦੀਆਂ ਘਟਨਾਵਾਂ ਵਿੱਚ ਸੁਚੇਤ ਹੱਥ ਹੋਣ ਦੀ ਪੁਸ਼ਟੀ ਦੋ ਅਹਿਮ ਤੱਥਾਂ ਤੋਂ ਵੀ ਹੁੰਦੀ ਹੈ। 31 ਅਕਤੂਬਰ ਦੀ ਸ਼ਾਮ ਨੂੰ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਦੇ ਨਾਲ ਹੀ ਦਿੱਲੀ ਸ਼ਹਿਰ ਅੰਦਰ ਸਿੱਖ ਵਿਰੋਧੀ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ। ਹਰ ਗਲੀ ਤੇ ਨੁੱਕਰ ਵਿੱਚ ਇਹ ਅਫਵਾਹਾਂ ਧੁੰਮ ਗਈਆਂ ਸਨ ਕਿ ਸਿੱਖਾਂ ਨੇ ਇੰਦਰਾ ਗਾਂਧੀ ਦੇ ਕਤਲ ਦੀ ਖੁਸ਼ੀ ਵਿੱਚ ਲੱਡੂ ਵੰਡੇ ਤੇ ਭੰਗੜੇ ਪਾਏ ਹਨ। ਪੰਜਾਬ ਤੋਂ ਹਿੰਦੂਆਂ ਦੀਆਂ ਲਾਸ਼ਾਂ ਨਾਲ ਭਰੀਆਂ ਗੱਡੀਆਂ ਪੁਰਾਣੀ ਦਿੱਲੀ ਦੇ ਸਟੇਸ਼ਨ ਤੇ ਪੁੱਜੀਆਂ ਹਨ। ਸਿੱਖਾਂ ਨੇ ਦਿੱਲੀ ਅੰਦਰ ਪੀਣ ਵਾਲੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤੀ ਹੈ, ਆਦਿ। ਇਹ ਅਫਵਾਹਾਂ ਟੈਲੀਫੋਨ ਦੇ ਜ਼ਰੀਏ ਤੇ ਮੂੰਹੋਂ ਮੂੰਹੀਂ ਫੈਲਾਈਆਂ ਗਈਆਂ। ਕਈ ਥਾਵਾਂ ਤੇ ਪੁਲਿਸ ਦੁਆਰਾ ਇਹਨਾਂ ਅਫਵਾਹਾਂ ਨੂੰ ਫੈਲਾਉਣ ਵਿੱਚ ਸਰਗਰਮ ਰੋਲ ਨਿਭਾਏ ਜਾਣ ਦੇ ਤੱਥ ਦੀ ਪੁਸ਼ਟੀ ਹੋਈ ਹੈ। ਦੂਜੀ ਅਹਿਮ ਗੱਲ ਇਹ ਸਾਹਮਣੇ ਆਈ ਕਿ ਪੁਲਿਸ ਨੇ ਇਹਨਾਂ ਹਿੰਸਕ ਵਾਰਦਾਤਾਂ ਨੂੰ ਰੋਕਣ ਵਿੱਚ ਉੱਕਾ ਹੀ ਕੋਈ ਰੁਚੀ ਨਹੀਂ ਸੀ ਪ੍ਰਗਟਾਈ। ਉਹ ਜਾਂ ਤਾਂ ਖਾਮੋਸ਼ ਦਰਸ਼ਕ ਬਣ ਰਹੀ ਅਤੇ ਜਾਂ ਕਈ ਥਾਵਾਂ ਤੇ ਸਿੱਖ ਵਿਰੋਧੀ ਹਿੰਸਾ ਦੀਆਂ ਘਟਨਾਵਾਂ ਨੂੰ ਨੰਗੇ ਰੂਪ ਵਿੱਚ ਸ਼ਹਿ ਤੇ ਹੱਲਾਸ਼ੇਰੀ ਦਿੱਤੀ। ਇਸ ਕੋਝੇ ਤੱਥ ਦੀ ਤਸਦੀਕ ਵੱਡੀ ਗਿਣਤੀ ਵਿੱਚ ਆਮ ਲੋਕਾਂ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸ਼ਹਿਰੀਆਂ ਤੇ ਸੀਨੀਅਰ ਅਫਸਰਾਂ ਨੇ ਵੀ ਕੀਤੀ ਹੈ। ਜੇਕਰ ਕਿਤੇ ਕਿਸੇ ਜ਼ਮੀਰ ਵਾਲੇ ਪੁਲਿਸ ਅਫਸਰ ਨੇ ਆਪਣਾ ਬਣਦਾ ਫਰਜ਼ ਨਿਭਾਉਣ ਯਾਨੀ ਕਿ ਹਿੰਸਾ ਨੂੰ ਰੋਕਣ ਜਾਂ ਦਬਾਉਣ ਦਾ ਯਤਨ ਕੀਤਾ ਤਾਂ ਉਸ ਨੂੰ ਫੌਰੀ ਡਿਊਟੀ ਤੋਂ ਲਾਂਭੇ ਕਰ ਦਿੱਤਾ ਗਿਆ। ਮਿਸਾਲ ਵਜੋਂ ਉਸ ਦਿਨ ਹਿੰਸਾ ਦਾ ਸਭ ਤੋਂ ਪਹਿਲਾ ਮਾਮਲਾ
ਸਬਜ਼ੀ ਮੰਡੀ ਦੇ ਪੁਲਿਸ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਉਹ ਵੀ ਸ਼ਾਇਦ ਇਸ ਕਰਕੇ ਹੋ ਸਕਿਆ ਸੀ ਕਿ ਸਬਜ਼ੀ ਮੰਡੀ ਦੇ ਪੁਲਿਸ ਥਾਣੇ ਦਾ ਇੰਚਾਰਜ ਇੱਕ ਸਿੱਖ ਇੰਸਪੈਕਟਰ ਗੁਰਮੇਲ ਸਿੰਘ ਸੀ ਅਤੇ ਸਬੱਬ ਨਾਲ ਉਸ ਦਾ ਉੱਪਰਲਾ ਅਫਸਰ ਵੀ ਇੱਕ ਸਿੱਖ ਸਹਾਇਕ ਕਮਿਸ਼ਨਰ ਕੇਵਲ ਸਿੰਘ ਸੀ। ਗੁਰਮੇਲ ਸਿੰਘ ਤੇ ਕੇਵਲ ਸਿੰਘ ਵੱਲੋਂ ਹਿੰਸਾ ਨੂੰ ਫੈਲਣ ਤੋਂ ਰੋਕਣ ਦੇ ਦ੍ਰਿੜ ਇਰਾਦੇ ਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਸਬਜ਼ੀ ਮੰਡੀ ਅੰਦਰ ਇਕੱਠੀ ਹੋਈ ਫਿਰਕੂ ਭੀੜ ਵੱਲੋਂ ਸਿੱਖਾਂ ਉੱਤੇ ਹਮਲੇ ਕਰਨ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਫੁਰਤੀ ਨਾਲ ਕਾਰਵਾਈ ਕਰਕੇ 90 ਦੇ ਕਰੀਬ ਦੰਗਾਕਾਰੀਆਂ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਇਸ ਸੰਬੰਧੀ ਫੌਰੀ FIR ਦਰਜ ਕਰ ਲਈ ਗਈ ਸੀ। ਇਸ ਦੇ ਨਾਲ ਹੀ ਸਬਜ਼ੀ ਮੰਡੀ ਥਾਣੇ ਦੇ ਪੁਲਿਸ ਅਧਿਕਾਰੀਆਂ ਨੇ ਸ਼ਾਮ ਨੂੰ 8:32 ਤੇ ਉੱਪਰਲੇ ਅਫਸਰਾਂ ਨੂੰ ਵਾਇਰਲੈਸ ਸੁਨੇਹਾ ਭੇਜ ਕੇ ਹਿੰਸਾ ਦੇ ਰੁਝਾਨ ਨੂੰ ਕਾਬੂ ਕਰਨ ਲਈ ਫੌਰੀ ਕਰਫਿਊ ਲਾਉਣ ਅਤੇ ਦੰਗਾਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰ ਦੇਣ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ। ਦਿੱਲੀ ਅੰਦਰ ਸਿੱਖਾਂ ਉੱਤੇ ਹੋ ਰਹੇ ਫਿਰਕੂ ਹਮਲਿਆਂ ਨੂੰ ਰੋਕਣ ਲਈ ਕੀਤੀ ਗਈ ਇਹ ਪਹਿਲੀ ਅਸਰਦਾਰ ਕਾਰਵਾਈ ਸੀ, ਪਰ ਕਿਉਂਕਿ ਹਿੰਸਾ ਨੂੰ ਰੋਕਣਾ ਪ੍ਰਸ਼ਾਸਨ ਦੇ ਏਜੰਡੇ ਤੇ ਨਹੀਂ ਸੀ, ਇਸ ਕਰਕੇ ਹਿੰਸਾ ਨੂੰ ਰੋਕਣ ਦੀ ਇਸ ਇਮਾਨਦਾਰ ਕੋਸ਼ਿਸ਼ ਦਾ ਉੱਪਰਲੇ ਪੱਧਰ ਤੇ ਬੇਹੱਦ ਬੁਰਾ ਮਨਾਇਆ ਗਿਆ। ਨਾ ਸਿਰਫ ਉਹਨਾਂ ਦੀ ਕਰਫਿਊ ਲਾਉਣ ਦੀ ਮੰਗ ਅਣਸੁਣੀ ਕਰ ਦਿੱਤੀ ਗਈ ਸੀ, ਸਗੋਂ ਉਹਨਾਂ ਦੇ ਹਿੰਸਾ ਨੂੰ ਕਾਬੂ ਕਰਨ ਦੇ ਯਤਨਾਂ ਨੂੰ ਤਾਰ-ਪੀੜੋ ਕਰਨ ਲਈ ਦਿੱਲੀ ਪੁਲਿਸ ਦਾ ਇੱਕ ਆਲਾ ਅਫਸਰ ਸਹਾਇਕ ਕਮਿਸ਼ਨਰ ਹੁਕਮਚੰਦ ਜਾਟਵ ਕਾਲੀ ਨਾਲ ਦੇਰ ਰਾਤ ਗਏ ਸਬਜ਼ੀ ਮੰਡੀ ਦੇ ਥਾਣੇ ਵਿੱਚ ਆ ਧਮਕਿਆ ਸੀ। ਉਸ ਨੇ ਆਉਂਦਿਆਂ ਹੀ ਉਪਰੋਕਤ ਦੋਨਾਂ ਸਿੱਖ ਅਫਸਰਾਂ ਨੂੰ ਡਿਊਟੀ ਨਿਭਾਉਣ ਦੇ ਅਯੋਗ ਕਰਾਰ ਦੇ ਕੇ ਡਿਊਟੀ ਤੋਂ ਲਾਂਭੇ ਕਰ ਦਿੱਤਾ ਸੀ। ਬੇਈਮਾਨੀ ਤੇ ਬੇਸ਼ਰਮੀ ਦੀ ਹੱਦ ਇਹ ਕਿ 1.5 ਸਾਲ ਬਾਅਦ ਹੁਕਮਚੰਦ ਜਾਟਵ ਨੇ ਮਿਸ਼ਰਾ ਕਮਿਸ਼ਨ ਅੱਗੇ ਗਵਾਹੀ ਦਿੰਦੇ ਹੋਏ ਇਹ ਕੁਫਰ ਤੋਲਣ ਤੋਂ ਗੁਰੇਜ਼ ਨਹੀਂ ਸੀ ਕੀਤਾ ਕਿ ਕੇਵਲ ਸਿੰਘ ਤੇ ਗੁਰਮੇਲ ਸਿੰਘ ਦੰਗਿਆਂ ਦੌਰਾਨ ਆਪਣੀਆਂ ਡਿਊਟੀਆਂ ਛੱਡ ਕੇ ਭੱਜ ਗਏ ਸਨ। ਇਸ ਘਟਨਾ ਤੋਂ ਸਾਫ਼ ਜ਼ਾਹਰ ਹੋ ਜਾਂਦਾ ਹੈ ਕਿ ਦਿੱਲੀ ਪ੍ਰਸ਼ਾਸਨ ਦੀ ਨੀਤੀ ਅਥਵਾ ਨੀਅਤ ਸਿੱਖ ਵਿਰੋਧੀ ਹਿੰਸਾ ਨੂੰ ਰੋਕਣ ਦੀ ਨਹੀਂ, ਸਗੋਂ ਉਤਸ਼ਾਹਿਤ ਕਰਨ ਦੀ ਸੀ। ਇਸ ਕਰਕੇ ਜੇ ਕਿਸੇ ਪੁਲਿਸ ਅਫਸਰ ਨੇ ਹਿੰਸਾ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਸ ਨੂੰ ਤੁਰੰਤ ਡਿਊਟੀ ਤੋਂ ਹਟਾ ਕੇ ਲਾਂਭੇ ਕਰ ਦਿੱਤਾ ਗਿਆ ਸੀ। ਦਿੱਲੀ ਪੁਲਿਸ ਅੰਦਰਲੇ ਸਾਰੇ ਸਿੱਖ ਅਫਸਰਾਂ ਤੇ ਸਿਪਾਹੀਆਂ ਕੋਲੋਂ ਹਥਿਆਰ ਰਖਾ ਲਏ ਗਏ ਸਨ ਅਤੇ ਉਹਨਾਂ ਨੂੰ ਡਿਊਟੀਆਂ ਤੋਂ ਵਿਹਲੇ ਕਰ ਦਿੱਤਾ ਗਿਆ ਸੀ। 31 ਅਕਤੂਬਰ ਦੀ ਸ਼ਾਮ ਨੂੰ ਦਿੱਲੀ ਦੀਆਂ ਸੜਕਾਂ ਉੱਤੇ ਸਿੱਖਾਂ ਦੀ ਜੋ ਇੱਜ਼ਤ ਰੋਲੀ ਗਈ, ਉਹ ਅਗਲੇ 3 ਦਿਨਾਂ ਦੌਰਾਨ ਉਹਨਾਂ ਉੱਤੇ ਢੱਠਣ ਜਾ ਰਹੇ ਭਿਅੰਕਰ ਕਹਿਰ ਦਾ ਮੰਗਲਾਚਰਨ ਸੀ। 31 ਅਕਤੂਬਰ ਦੀਆਂ ਸਿੱਖ ਵਿਰੋਧੀ ਹਿੰਸਕ ਵਾਰਦਾਤਾਂ ਪਿੱਛੇ ਸੁਚੇਤ ਹੱਥ ਹੋਣ ਦੇ ਅਨੁਮਾਨ ਅਤੇ ਸ਼ੰਕੇ ਅਗਲੇ ਦਿਨ ਦਾ ਸੂਰਜ ਚੜ੍ਹਦਿਆਂ ਹੀ ਯਕੀਨ ਵਿੱਚ ਬਦਲ ਗਏ ਸਨ। ਅਗਲੇ 3 ਦਿਨਾਂ ਦੌਰਾਨ ਦਿੱਲੀ ਦੇ ਸਿੱਖ ਭਾਈਚਾਰੇ ਨੇ ਜੋ ਕੁਝ ਵੇਖਿਆ ਤੇ ਭੋਗਿਆ, ਉਹ ਯਹੂਦੀਆਂ ਦੇ ਮਹਾਨਾਸ਼ ਹਾਲੋਕਾਸਟ ਨਾਲੋਂ ਘੱਟ ਨਹੀਂ ਸੀ। ਸਗੋਂ ਜਿਵੇਂ ਕਿ ਅੱਗੇ ਜਾ ਕੇ ਵੇਖਿਆ ਜਾਵੇਗਾ, 2 ਰਤੀਆਂ ਵੱਧ ਹੀ ਸੀ। 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਪੂਰੇ 3 ਦਿਨ ਦਿੱਲੀ ਅੰਦਰ ਸਿੱਖਾਂ ਲਈ ਸੂਰਜ ਡੁੱਬਿਆ ਰਿਹਾ। ਹੰਸਾਰੀਆਂ ਭੀੜਾਂ ਸਿੱਖਾਂ ਨੂੰ ਨਿਰਦਈ ਪੁਣੇ ਨਾਲ ਕਤਲ ਕਰਦੀਆਂ ਰਹੀਆਂ। ਸਿੱਖਾਂ ਦੇ ਘਰਾਂ, ਗੁਰਦੁਆਰਿਆਂ, ਵਾਹਨਾਂ, ਦੁਕਾਨਾਂ ਤੇ ਕਾਰਖਾਨਿਆਂ ਨੂੰ ਚੁਣ-ਚੁਣ ਕੇ ਅੱਗਾਂ ਲਾਈਆਂ ਜਾਂਦੀਆਂ ਰਹੀਆਂ। ਸਿੱਖ ਸੁਰੱਖਿਆ ਲਈ ਚੀਕ ਪੁਕਾਰ ਕਰਦੇ ਰਹੇ, ਪ੍ਰਸ਼ਾਸਨ ਅੱਗੇ ਵਾਸਤੇ ਪਾਉਂਦੇ ਰਹੇ, ਰਾਜਸੀ ਹੁਕਮਰਾਨਾਂ ਦੇ ਤਰਲੇ ਕਰਦੇ ਰਹੇ, ਪਰ ਸਾਰਿਆਂ ਨੇ ਮਚਲੀ ਚੁੱਪ ਧਾਰਨ ਕਰੀ ਰੱਖੀ। ਪੂਰੇ 3 ਦਿਨ ਕਾਨੂੰਨ, ਰਾਜ ਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੇ ਰਹੇ ਅਤੇ ਸਿੱਖ ਨਿਰੰਤਰ ਜ਼ਿਬਾ ਹੁੰਦੇ ਰਹੇ। 31 ਅਕਤੂਬਰ ਦੀ ਸਿੱਖ ਵਿਰੋਧੀ ਹਿੰਸਾ ਮੁੱਖ ਤੌਰ ਤੇ ਗਿਣਵੇਂ ਚੁਣਵੇਂ ਫਿਰਕੂ ਅਨਸਰਾਂ ਵੱਲੋਂ ਸਿੱਖਾਂ ਦੀ ਮਾਰ ਕੁਟਾਈ ਤੇ ਉਹਨਾਂ ਦੇ ਵਾਹਨਾਂ ਦੀ ਸਾੜ ਫੂਕ ਕੀਤੇ ਜਾਣ ਤੱਕ ਹੀ ਸੀਮਤ ਰਹੀ ਸੀ। ਕਿਸੇ ਵੀ ਜਗ੍ਹਾ ਸਿੱਖ ਨੂੰ ਕਤਲ ਕੀਤੇ ਜਾਣ ਦੀ ਕੋਈ ਵਾਰਦਾਤ ਨਹੀਂ ਹੋਈ ਸੀ। ਕਿਤੇ ਵੀ ਹਿੰਸਕ ਟੋਲਿਆਂ ਨੇ ਵੱਡੇ ਹਜੂਮਾਂ ਦਾ ਆਕਾਰ ਅਖਤਿਆਰ ਨਹੀਂ ਕੀਤਾ ਸੀ। ਜ਼ਿਆਦਾਤਰ ਸਿੱਖ ਰਾਤ ਨੂੰ ਇਹ ਗੱਲ ਸੋਚ ਕੇ ਸੌਂ ਗਏ ਸਨ ਕਿ ਇੰਦਰਾ ਗਾਂਧੀ ਦੇ ਸ਼ਰਧਾਲੂਆਂ ਨੇ ਸਿੱਖਾਂ ਉੱਤੇ ਆਪਣਾ ਜੋ ਫੌਰੀ ਗੁੱਸਾ ਕੱਢਣਾ ਸੀ,
ਉਹ ਕੱਢ ਲਿਆ ਸੀ ਅਤੇ ਅਗਲੇ 1-2 ਦਿਨਾਂ ਅੰਦਰ ਉਹਨਾਂ ਦੇ ਹਿਰਦੇ ਸ਼ਾਂਤ ਹੋ ਜਾਣਗੇ। ਸਭ ਕੁਝ ਮੁੜ ਤੋਂ ਪਹਿਲਾਂ ਵਰਗਾ ਹੋ ਜਾਵੇਗਾ। ਪਰ ਸਥਿਤੀ ਬਾਰੇ ਸਿੱਖਾਂ ਦੀ ਇਹ ਸਮਝ ਬੇਹੱਦ ਗਲਤ ਸਾਬਤ ਹੋਈ ਅਤੇ ਜਦੋਂ ਉਹਨਾਂ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੋਇਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।